ਐਲਾਨ ਹੋਇਆ ਪਾਕਿਸਤਾਨ ਨੂੰ ਸਰ ਬਣ ਗਿਆ। ਕਤਲੋਗਾਰ ਸ਼ੁਰੂ ਹੋ ਗਈ। ਪਹਿਲੇ ਵਾਲੇ ਲੋਕ ਕਿਹੜਾ ਪਿੰਡ ਸੀ ਉੱਥੇ ਆਪਣਾ? ਹੀਰਾ ਪਿੰਡ। ਹੁਣ ਤਾਂ ਉਹ ਕਹਿੰਦਾ ਯਾਰ ਆਪਾਂ ਤਾਂ ਰੋਟੀ ਇਕੱਠੀ ਖਾਂਦੇ ਰਹੀ ਤੂੰ ਕਹਿੰਦਾ ਰੋਟੀ ਛੱਡ ਉਹ ਪੁਰਾਣੀ ਗੱਲ ਆ। ਕਹਿੰਦਾ ਹੁਣ ਦੀ ਗੱਲ ਕਰ ਤੂੰ 6 ਰੁਪਏ ਮਣ ਕਣਕ 6 ਰੁਪਏ ਮਣ ਕਣਕ ਰੁਪਏ ਮਣ ਤੇ 107 ਰੁਪਏ ਤੋਲਾ ਸੋਨਾ 107 ਰੁਪਏ ਤੋਲਾ सोना ਤੇ परवरदिगार आलम मैं हूँ दीवाना तेरा उल्फत की क्षमा तू है मैं हूँ परवाना तेरा शान इलाही तेरी दुनिया पेशाई तेरी दो जग का मालिक तू है ताज शाना तेरा फूलों में नूर तेरा हर जा दूर तेरा प्रेम कहानी बस औरतां ਜਿਹੜੀਆਂ ਸੀ ਨਾ ਛੱਡਦੇ ਦੁੱਧ ਦੀ ਬਾਟੀਆਂ ਪਾ ਕੇ ਦੁੱਧ ਫੌਜ ਵਾਸਤੇ ਖੜੀਆਂ ਹੁੰਦੀਆਂ ਸੀ। ਅੱਛਾ ਹਾਂ ਅੱਗੇ ਹੋ ਜਾਣਾ ਸਾਡੀ ਗੱਡੀ ਦੇ ਗੱਡੀ ਦੇ ਅੱਗੇ। अस्सलाम वालेकुम एवरीवन। तो जी आज के ब्लॉग में मैं अपने दादा अबू के पास आया हूँ यहाँ पे। तो मेरे दादा अबू 65-71 की जंग भी लड़ी हुई है और इंडिया से माइग्रेट हो गए यहाँ पाकिस्तान में आए हैं। माशाल्लाह इनकी उम्र है वो भी मैं आपको बताता हूँ अभी कितनी है और अभी इनसे बातें करेंगे, इनसे इंटरव्यू लेंगे कि इंडिया में क्या सीन था और अब पाकिस्तान में आए हैं तो हिसाब किताब। अस्सलाम वालेकुम अबू वड्डे दादा जी। वालेकुम सलाम। तो जी ये मेरे दादा अबू हैं माशाल्लाह। वड्डे कितनी उम्र होगी ਤੁਹਾਡੀ? ਮੇਰੀ 92 92 ਸਾਲ ਉਮਰ ਹੋਗੀ ਮਾਸ਼ਾਅੱਲਾ। ਕਿੰਨੇ ਸਾਲ ਇੰਡੀਆ ਚ ਰਹੇ ਸੀ ਤੁਸੀਂ? ਇੰਡੀਆ 'ਚ 11 ਸਾਲ ਦਾ ਸੀ ਮੈਂ। 11 ਸਾਲ ਤੁਸੀਂ ਉੱਥੇ ਜਦੋਂ ਹੋਇਆ ਨਾ ਐਲਾਨ ਹੋਇਆ ਪਾਕਿਸਤਾਨ ਨੂੰ ਸਰ ਬਣ ਗਿਆ ਤੇ ਮੈਂ ਉਹਨੂੰ ਚੌਥੀ ਚ ਪੜ੍ਹਦਾ ਸੀ ਪਾਸ ਕਰ ਲਈ ਚੌਥੀ। ਅੱਛਾ ਹਾਂ ਚਾਰ ਜਮਾਤਾਂ ਦੇ ਉੱਥੇ ਇੰਡੀਆ ਸੀ ਉਸ ਟਾਈਮ ਇੰਡੀਆ 'ਚ, ਹਾਂ। ਜਦੋਂ ਐਲਾਨ ਹੋਇਆ ਉਦੋਂ ਤੁਸੀਂ ਕਿੱਥੇ? 25 ਰੋਜ਼ੇ ਐਲਾਨ ਹੋਇਆ ਸੀ। 25ਵੇਂ ਰੋਜ਼ੇ ਐਲਾਨ ਹੋਇਆ ਕਿ ਪਾਕਿਸਤਾਨ ਤੇ ਇੰਡੀਆ ਨੂੰ ਸਰ ਬਣ ਗਿਆ। ਅੱਛਾ ਹਾਂ ਕੀ ਬੀਤਿਆ ਫਿਰ ਉਦੋਂ ਕੀ ਦਿਲ ਚ ਆਇਆ? ਬਸ ਫਿਰ ਉਹ ਮਸਾ ਟੇਢਾ ਹੋ ਗਿਆ ਵੀ ਕਤਲੋਗਾਰ ਸ਼ੁਰੂ ਹੋ ਗਈ। ਪਹਿਲੇ ਲੋਕ ਜਿਹੜੇ ਬਾਹਰ ਰੋਡ ਤੇ ਪਿੰਡ ਸੀ ਸਾਡਾ ਪਿੰਡ ਜ਼ਿਲ੍ਹਾ ਲੁਧਿਆਣਾ ਤਹਿਸੀਲ ਵੀ ਲੁਧਿਆਣਾ ਸੀ। ਵੈਸੇ ਤਹਿਸੀਲ ਜਗਰਾਮ ਵੀ ਸੀ ਤੇ ਸਮਰਾਲਾ ਵੀ ਸੀ। ਤੇ ਮੈਨੂੰ ਯਾਦ ਆ ਹੁਣ ਪਿਆ ਫਿਰ ਕਤਲੋਗਾਰ ਸ਼ੁਰੂ ਹੋ ਗਈ। ਤੇ ਅਸਲ 'ਚ ਉੱਥੇ ਇੰਡੀਆ 'ਚ ਨਾ ਸੈਂਟਰ ਪੰਜਾਬ ਜਿਹੜਾ ਲੁਧਿਆਣਾ ਸੀ ਜਿਹੜਾ ਉਹਦੇ ਨਾਲ ਰਿਆਸਤ ਪਟਿਆਲਾ ਸੀ। ਉਹ ਜਿਹੜਾ ਉਹਦਾ ਰਿਆਸਤ ਪਟਿਆਲਾ ਦਾ ਨਵਾਬ ਸੀ ਨਾ ਰਾਜਾ ਉਹ ਹੀ ਸਿੱਖ ਸੀ। ਅੱਛਾ ਉਹਨੇ ਜਨਾਬ ਕਰਿਆ। ਹੁਣ ਤੇ ਤੁਹਾਡਾ ਮੈਂ ਹੁਣੇ ਦੇਖਿਆ ਤੁਹਾਡਾ ਰਾਬਤਾ ਹੁੰਦਾ ਬਾਹਰ ਉੱਥੇ ਸਾਰੇ ਪਿੰਡ ਵਾਲੇ ਲੋਕ। ਕਿਹੜਾ ਪਿੰਡ ਸੀ ਉੱਥੇ ਆਪਣਾ? ਹੀਰਾ ਪਿੰਡ। ਹੁਣ ਤਾਂ ਸਾਰੇ ਤੁਹਾਨੂੰ ਫੋਨ ਚੂਨ ਕਰਦੇ ਆ ਪਿੰਡ ਵਾਲੇ ਹਨਾ? ਆਪਣਾ ਹੁਣ ਜਿਹੜਾ ਫੋਨ ਤੇ ਲੱਗੇ ਹੋਏ ਸੀ ਕੌਣ ਸੀਗਾ? ਰਮੇਸ਼ ਇਹ ਰਮੇਸ਼ ਸੀਗਾ। ਇਹਦੇ ਅੱਬੇ ਦਾ ਨਾਂ ਹੀ ਰਾਮ ਸੀ। ਅੱਛਾ ਕੱਪੜੇ ਦੀ ਦੁਕਾਨ ਸੀ ਇਹਨਾਂ ਦੀ। ਅੱਛਾ ਹੁਣ ਹੋਰ ਵੀ ਤੁਹਾਡੇ ਨਾਲ ਉੱਥੇ ਰਾਬਤਾ ਕਰਦੇ ਆ ਬਾਹਰੋਂ ਕੈਨੇਡਾ ਚੋਂ ਵੀ ਤੁਹਾਨੂੰ ਫੋਨ ਆਉਂਦਾ? ਉਹ ਤੁਹਾਡਾ ਜਿਹੜਾ ਦੋਸਤ ਸੀਗਾ ਉੱਥੇ ਕਿਹੜਾ ਕੈਨੇਡਾ 'ਚ? ਹਾਂਜੀ ਉਹ ਪਿੰਡਰ ਉਹਦਾ ਮੁੰਡਾ ਕਰਦਾ। ਹਾਂ ਉਹ ਇੱਧਰੋਂ ਗਏ ਨੇ ਉਹ ਸ਼ਰਸ਼ਮੀਤ ਉਹ ਇੱਧਰੋਂ ਉਧਰ ਸਾਡੇ ਪਿੰਡ ਜ਼ਮੀਨ ਮਿਲੀ ਆ। ਅੱਛਾ 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 ਹੀਰਾ ਪਿੰਡ। ਹੋਰ ਸਾਡੇ ਨਾਲ ਪਿੰਡ ਸੀ ਰਾਜਾਂ ਪਿੰਡ ਸੀ ਬਰਵਾਲਾ ਪਿੰਡ ਸੀ ਚੱਕ ਸੀ। ਜਦੋਂ ਇਹ ਪਾਕਿਸਤਾਨ ਤੇ ਇੰਡੀਆ ਲਹਿਦਾ ਹੋਇਆ ਜਿਹੜਾ ਤੁਹਾਡੇ ਘਰ ਦੇ ਨਾਲ ਤੁਹਾਡੇ ਘਰ ਦੋਸਤ ਸੀਗੇ ਹਮਸਾਏ ਉਹਨਾਂ ਨੇ ਤੁਹਾਡੇ ਨਾਲ ਤਾਵੁਨ ਕੀਤਾ ਸੀ ਕਿ ਨਹੀਂ? ਉਹ ਪਹਿਲੇ ਉਹ ਸਾਡੇ ਨਾਲ ਪਹਿਲੇ ਨਾਟਕ ਸੀ ਹਿੰਦੂ ਸੀ ਸਾਰਾ ਮੁਸਲਮਾਨ ਦਾ ਪਿੰਡ ਸੀ ਸਾਰਾ ਮੁਸਲਮਾਨਾਂ ਦਾ ਪਿੰਡ ਸੀਗਾ। ਹਿੰਦੂ ਕੋਈ ਵੀ ਨਹੀਂ ਸੀ ਉੱਥੇ ਉਸ ਟਾਈਮ? ਹਿੰਦੂ ਹੈਗੇ ਸੀ। ਉਹਨਾਂ ਨੇ ਕੋਈ ਸਪੋਰਟ ਨਹੀਂ ਕੀਤੀ? ਸਿੱਖ ਨਹੀਂ ਸੀ। ਅੱਛਾ ਸਭ ਤੋਂ ਜ਼ਿਆਦਾ ਦੁਸ਼ਮਣ ਤੁਹਾਡੇ ਸਿੱਖ ਬਣੇ ਉਦੋਂ? ਉਹ ਵੀ ਸਾਡੇ ਪਿੰਡ ਨਹੀਂ ਸਿੱਖ। ਅੱਛਾ ਰਹਿੰਦੇ ਸੀ ਨਾ ਉਹਨਾਂ ਨੇ ਜਥੇ ਮੰਗਾਏ ਸਿੱਖਾਂ ਜਥੇ ਮੰਗਾਉਂਦੇ ਸੀ ਮਾਰਦੇ ਸੀ ਕਤਲੋਗਾਰਤ ਕਰਦੇ। ਅੱਛਾ 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 ਤੇ ਉਹਨਾਂ ਨੇ ਫਿਰ ਸਾਡੇ ਤੇ ਹਮਲਾ ਕੀਤਾ। ਸਾਡੇ ਪਹਿਲੇ ਉਹਨਾਂ ਨੇ ਮਾਨਗੜ੍ਹ ਤੇ ਹਮਲਾ ਕੀਤਾ ਨਾਲ ਪਿੰਡ ਸੀ ਉਹਨਾਂ ਨੇ ਉੱਥੇ ਹਮਲਾ ਕੀਤਾ। ਉਹਨਾਂ ਨੇ ਕਿਹਾ ਇਹ ਸਾਡੇ ਪਿੰਡ ਦੇ ਲੋਕ ਜਿਹੜੇ ਸੀ ਨਾ ਇਹ ਆਰਮੀ 'ਚ ਬਹੁਤ ਸੀ। ਅੱਛਾ ਆਰਮੀ ਦੇ ਬਾਹਰ ਗਏ ਸੀ ਅਫਰੀਕਾ ਨੈਰੋਬੀ ਮੁਸਲਮਾਨ ਸਾਡੇ ਪਿੰਡ। ਉਹਨਾਂ ਨੇ ਕਿਹਾ ਵੀ ਇੱਥੇ ਹਮਲਾ ਕਰਨਾ ਅਸਲਾ ਉਹਨਾਂ ਨੇ ਮਾਨਗੜ੍ਹ ਤੇ ਹਮਲਾ ਕੀਤਾ ਪਹਿਲੇ ਜਿਹੜਾ ਹੋਇਆ ਉਹਦੀ ਮਦਦ ਵਾਸਤੇ ਆਉਣਗੇ ਲੇਕਿਨ ਜ਼ਰੂਰਤ ਇਹਨੂੰ
ਇਹ ਜਦ ਦੇਖਿਆ ਵੀ ਉਧਰ ਹਮਲਾ ਹੋ ਗਿਆ ਤੇ ਫਿਰ ਸਾਰਾ ਪਿੰਡ ਸਾਰਾ ਬਾਹਰ ਨਿਕਲ ਗਿਆ ਚਲਾ ਗਿਆ। ਤੇ ਉੱਥੇ ਖਾਣ ਪੀਣ ਦਾ ਕਿੱਦਾਂ ਨਿਜ਼ਾਮ ਸੀਗਾ? ਖਾਣ ਪੀਣ ਦਾ ਕੋਈ ਸ਼ੈ ਹੀ ਨਹੀਂ ਸੀ। ਨਹੀਂ, ਜਦੋਂ ਪਹਿਲੇ ਉੱਥੇ ਰਹਿੰਦੇ ਸੀਗੇ ਉਦੋਂ ਤਾਂ ਸੀ ਨਾ, ਉਦੋਂ ਖਾਲਸ, ਹਰ ਚੀਜ਼ ਖਾਲਸ। ਹਰ ਚੀਜ਼ ਖਾਲਸ। ਤੇ 6 ਰੁਪਏ ਮਣ ਕਣਕ, 6 ਰੁਪਏ ਮਣ 6 ਕਣਕ, ਰੁਪਏ ਮਣ ਤੇ 107 ਰੁਪਏ ਤੋਲਾ ਸੋਨਾ। 107 ਰੁਪਏ ਤੋਲਾ ਸੋਨਾ। ਤੇ ਇਸ ਟਾਈਮ 3,20,000 ਨੂੰ ਸੋਨਾ। ਭਾਈ ਉਹ ਦੌਰ ਚੰਗੇ ਸੀ। ਯਾਦ ਆਂਦੀ ਆ ਉੱਥੇ ਦੀ ਹੁਣ ਤੁਹਾਨੂੰ? ਹਾਂ, ਬਹੁਤ ਜ਼ਿਆਦਾ। ਔਰ ਜਿੱਥੇ ਬੰਦੇ ਦਾ ਜੰਪਲ ਹੁੰਦਾ ਨਾ, ਹਾਂ, ਉਸ ਨੂੰ ਕੁਦਰਤੀ ਮਹੱਬਤ ਦੀ ਅੱਲਾ ਦੇ ਨਬੀ ਨੇ ਜਦੋਂ ਮੱਕਾ ਫਤਿਹ ਹੋ ਗਿਆ ਸੀ ਨਾ, ਤੇ ਮੱਕਾ ਫਤਿਹ ਹੋ ਗਿਆ, ਅੱਲਾ ਦੇ ਨਬੀ ਮੱਕੇ ਨਾਲੇ ਗਲੀਆਂ 'ਚ ਫਿਰਦੇ ਸੀ, ਨਾਲੇ ਕਹਿੰਦੇ ਯਾਰ ਗਲੀਆਂ 'ਚ ਮੈਨੂੰ ਬੜਾ ਪਿਆਰ ਆ, ਮੇਰਾ ਬਚਪਨਾ ਗੁਜ਼ਰਿਆ ਇੱਥੇ। ਤੇ ਫਿਰ ਦਿਲ ਚਾਹੀ ਮੈਂ ਅੱਜ ਮੈਂ ਇੱਥੇ ਵਾਪਸ। ਅੱਲਾ ਦੇ ਨਬੀ ਨੇ ਬਈ ਭੇਜੀ, ਉਹਨੇ ਕਿਹਾ ਹੁਣ ਤੂੰ ਇੱਥੇ ਨਹੀਂ ਆ ਸਕਦਾ, ਮਦੀਨੇ ਰਹੇਗਾ, ਕਿ ਉਹਨਾਂ ਨੇ ਤੁਹਾਨੂੰ ਪਨਾਹ ਦਿੱਤੀ ਆ ਤੇ ਤੁਸੀਂ ਉਹਨਾਂ ਦੇ ਲੋਕਾਂ ਦੇ ਦਿਲ ਟੁੱਟ ਜਾਣਗੇ, ਇਸ ਵਾਸਤੇ ਇੱਥੇ ਨਹੀਂ ਤੁਸੀਂ ਆ ਸਕਦੇ। ਹੋਰ ਕੋਈ ਵਾਕਿਆ ਇੰਡੀਆ ਦਾ? ਡੰਗਰ ਡੁੰਗਰ ਕਿੱਥੇ ਖੜੇ ਕਰਕੇ ਆਏ ਸੀ ਆਪਣੇ? ਜੰਗਲ ਉਹਦੇ ਘਰੋਂ ਚੱਲੇ ਆ ਨਾ ਅਸੀਂ, ਹਾਂਜੀ। ਤੇ ਮੇਰਾ ਅੱਬਾ ਸਾਨੂੰ ਲੈ ਕੇ ਤੁਰ ਪਿਆ। ਹਾਂ, ਤੇ ਉਹਨਾਂ ਦੀ ਮਾਂ ਸੀ ਬਹੁਤ ਬੁੜੀ, 90 ਸਾਲ ਉਮਰ ਸੀ। ਕੋਈ ਚੱਲਦੇ, ਉਹ ਕਹਿੰਦੀ ਮੈਨੂੰ ਕੀ ਲਿਆ ਕੇ ਕਰੋਗੇ ਪੁੱਤ, ਮੈਨੂੰ ਤੁਸੀਂ ਰਹਿਣ ਦਿਓ। ਮੈਂ ਕਹਿੰਦਾ ਨਹੀਂ, ਤੂੰ ਆਪਣੇ ਨਿਆਣੇ ਸੰਭਾਲ ਮੇਰੇ ਨੂੰ ਕਹਿੰਦੀ। ਉਹਨੇ ਕਿਹਾ ਨਾ, ਮੈਂ ਨਿਆਣੇ ਅੰਦਰ ਦਾ ਅੱਲਾ ਮਾਲਕ ਆ, ਨਿਆਣਿਆਂ ਦਾ ਪੁੱਤ ਅੱਲਾ, ਤੇ ਮਾਂ ਤੂੰ ਬੈਠ ਪਿੱਛੇ ਕਰੇ ਪਿੱਛੇ ਚੱਕਲੀ। ਜਿਵੇਂ ਤੁਰ ਥੋੜ੍ਹੀ ਦੂਰ ਆਇਆ, ਕਹਿੰਦਾ ਇੱਥੇ ਬੈਠੇ, ਕਹਿੰਦਾ ਡੰਗਰਾਂ ਨੂੰ ਪੱਠੇ ਕੌਣ ਪਾਊਗਾ, ਕਹਿੰਦਾ ਡੰਗਰ ਮੈਂ ਖੋਲਿਆ ਵਾ। ਅੱਛਾ, ਰੱਸੇ ਖੋਲਿਆ ਮੈਂ ਡੰਗਰਾਂ ਦੇ, ਡੰਗਰਾਂ ਦੇ ਰੱਸੇ ਬੇਲੀ ਚਲੇ ਗਏ, ਰੱਸੇ ਖੋਲਣ ਲੱਗੇ। ਆਖਰੀ ਰੱਸਾ ਖੋਲਿਆ ਨਾ, ਸਿੱਖ ਕੰਨ ਟੱਪਿਆ ਸਿੱਖ। ਹਾਂ, ਅੱਛਾ। ਤੇ ਉਹ ਨੱਠ ਲਿਆ, ਨੱਠ ਕੇ ਫੜੇ ਬੜੇ ਬੜੇ ਚੀਲੇ ਫੜ ਸੀ ਵੱਡੇ, ਤੇ ਉਹਨਾਂ ਨੇ ਜਨਾਬ ਮਗਰ ਉਹਨੇ ਬੰਦ ਕਰ ਲਏ, ਉਹਨੇ ਮਾਰੇ, ਜੇ ਨਾ ਉਹਨੇ ਮਾਰ ਦੇਣਾ ਸੀ ਉਹਨਾਂ ਨੇ। ਅੱਛਾ, ਚਲੋ ਵੀ ਚੱਲੀਏ। ਅੱਛਾ, ਸਾਡੇ ਕੋਲ ਇੱਕ ਹੋਰ ਉੱਥੇ ਨਾ ਅਸੀਂ ਬਾਹਰ, ਸਾਡੇ ਨਾਲ ਪਿੰਡ ਸੀ ਰਾਈਆਂ, ਸਿੱਖਾਂ ਦਾ, ਅੱਧਾ ਪਿੰਡ ਸਿੱਖਾਂ ਦਾ ਸੀ, ਅੱਧਾ ਮੁਸਲਮਾਨਾਂ ਦਾ ਸੀ। ਉਹ ਸਾਡੇ ਕੋਲ ਰੋਜ਼ ਆ ਕੇ ਬਹਿ ਜਾਣਾ। ਉਸ ਵੇਲੇ ਅਸੀਂ ਮੂੰਗਫਲੀ ਸਾਡੇ ਇਲਾਕੇ 'ਚ ਬਹੁਤ ਹੁੰਦੀ ਉੱਥੇ, ਉਹਦੀ ਵੀ ਨਾਲ ਹੀ ਹੈ ਸੀ ਜ਼ਮੀਨ, ਸਾਡੀ ਵੀ ਨਾਲ ਦੀ। ਤੇ ਉਹ ਨਾ ਉਹਨੇ ਆ ਕੇ ਬਹਿ ਜਾਣਾ, ਅਸੀਂ ਰੋਟੀ ਖਾਣ ਲੱਗਣਾ। ਉਹ ਨਾ ਸੁੰਦਰੀ ਸਿੰਘ ਸੀ, ਸੁੰਦਰੀ ਸਿੰਘ। ਉਹ ਕਹਿੰਦਾ ਮੇਰਾ, ਕਹਿੰਦਾ ਯਾਰ ਮੈਨੂੰ ਵੀ ਇੱਕ ਰੋਟੀ ਦਿਓ। ਅੱਛਾ। ਉਹਨੇ ਖਾ ਲੈਣੀ ਰੋਟੀ, ਸ਼ਾਮ ਦੀ ਖੂਹ ਹੁੰਦੇ ਸੀ ਉਹਦਾ ਟਿੰਡਾਂ ਦੇ, ਉਹਨੇ ਰੋਟੀ ਖਾ ਲਈ। ਕਹਿੰਦਾ ਯਾਰ ਬੜੀ ਸਵਾਦ ਹੈ, ਖੋਰ ਦਿਓ ਹੋ ਜੀ। ਜਦੋਂ ਅਸੀਂ ਘਰੋਂ ਚੱਲੇ ਨਾ, ਉਹੀ ਮਿਲਿਆ ਸਾਨੂੰ ਅੱਗੇ। ਅੱਛਾ। ਕਹਿੰਦਾ ਮੇਰਾ ਅੱਬਾ ਉਹਨੂੰ ਕਹਿੰਦਾ ਲੈ ਵੀ ਸੁੰਦਰੀ ਅਸੀਂ ਚੱਲੇ। ਚੱਲੇ ਹੋ ਕਹਿੰਦਾ ਜਾਣਾ ਕਿੱਥੇ ਆ? ਉਹ ਕਹਿੰਦਾ ਜਰਾ ਦੇ ਦੇਖ ਲੈ, ਜਥੇ ਮੰਗਾਏ ਤੁਹਾਨੂੰ ਮਾਰਨਾ। ਅੱਛਾ। ਹਾਂ, ਦੇਖ ਲੋ, ਹੈ ਨਾਲ ਬੈ ਕੇ ਰੋਟੀ ਵੀ ਖਾਣਾ, ਕੁਛ ਕੀਤਾ ਐਂਡ ਮਾਰਨ ਵਾਸਤੇ ਤੋਂ ਮਿੰਟ ਚ ਕੰਮ ਹੋ ਗਿਆ। ਕਹਿੰਦਾ ਨਹੀਂ ਤੁਹਾਨੂੰ ਮਾਰਨਾ, ਕਹਿੰਦਾ ਅਸੀਂ ਫਿਰ ਅਸੀਂ ਉਹ ਕਹਿੰਦਾ ਯਾਰ ਆਪਾਂ ਤਾਂ ਰੋਟੀ ਇਕੱਠੀ ਖਾਂਦੀ ਰਹੀ, ਤੂੰ ਕਹਿੰਦਾ ਰੋਟੀ ਛੱਡ, ਉਹ ਪੁਰਾਣੀ ਗੱਲ ਆ। ਕਹਿੰਦਾ ਹੁਣ ਦੀ ਗੱਲ ਕਰ ਤੂੰ। ਕਾਇਦੇ ਆਜ਼ਮ ਨੂੰ ਦੇਖਿਆ ਤੁਸੀਂ? ਕਾਇਦੇ ਆਜ਼ਮ ਚੰਗੀ ਤਰ੍ਹਾਂ ਗੱਲਬਾਤ ਵੀ ਹੋਈ? ਕਾਇਦੇ ਆਜ਼ਮ ਸਾਡੇ ਅਸੀਂ ਸਾਰੇ ਇਹ ਲੜਾਈ ਜਿਹੜੀ ਸੀ ਨਾ ਸਾਡਾ 35 'ਚ ਲੱਗੀ ਸੀ, 45 'ਚ ਖਤਮ ਹੋਈ। ਅੱਛਾ। ਤੇ ਉੱਥੋਂ ਬੱਸਾਂ ਨਹੀਂ, ਮੋਟਰਾਂ ਨਹੀਂ ਸੀ ਹੁੰਦੀਆਂ, ਬੱਸਾਂ ਨਹੀਂ ਹੁੰਦੀਆਂ, ਜੱਕਾ ਬੱਗੀ ਹੁੰਦੀ, 2 ਘੋੜੇ ਜੋੜੇ ਹੁੰਦੇ ਸੀ ਉਹਨੂੰ। ਉਹਨਾਂ ਪਿੱਛੇ ਲਾਰਡ ਮਾਊਂਟਨ, ਸਾਡੇ ਦੀ ਹਕੂਮਤ ਕੀਤੀ ਹੈ ਲਾਰਡ ਡਲਹੌਜ਼ੀ, ਲਾਰਡ ਮਾਊਂਟਨ ਬੇਟਨ, ਬਹੁਤ ਲੰਬਾ ਜਵਾਨ ਸੀ ਫੌਜ। ਉਹਨੇ ਸਰ ਕੀਤਾ ਨਾ ਵੰਡ, ਉਹਨੇ ਪਾਸ ਕਰੀ ਸੀ। ਅੱਛਾ, ਉਹ ਕੌਣ ਸੀਗਾ? ਅੰਗਰੇਜ਼ ਸੀ ਨਾ। ਅੰਗਰੇਜ਼ ਸੀਗਾ। ਅੰਗਰੇਜ਼ ਸੀ, ਇਹਨਾਂ ਦੀ ਹਕੂਮਤ ਸੀ। ਤੇ ਮੈਨੂੰ ਯਾਦ ਆ, ਮੈਂ ਉਹ ਵੀ ਦੇਖਿਆ, ਉਹ ਪਿੱਛੇ ਖੜਾ 2 ਘੋੜੇ ਜੁੜਦੇ ਸੀ, ਜੱਕਾ ਬੱਗੀ ਉਹਨੂੰ ਕਹਿੰਦੇ ਪਿੱਛੇ ਖੜਾ ਸੀ ਆਇਆ। ਤੇ ਉਸ ਦਿਨ ਸਾਨੂੰ ਸਕੂਲੋਂ ਛੁੱਟੀ ਹੋਈ ਵੀ ਅੱਜ ਤੁਸੀਂ ਨਾਅਰੇ ਮਾਰਨੇ ਅੱਜ ਤੁਸੀਂ। ਅੱਛਾ। ਸਕੂਲੋਂ ਛੁੱਟੀ ਸਾਨੂੰ। ਮੈਂ ਕਾਇਦੇ ਆਜ਼ਮ, ਉਹਦੀ ਰਚਨਾ ਦੇਵੀ ਬਾਰਸੀ ਲੜਕੀ ਜਿਹੜੀ ਮੜ ਤੇ ਗਾਂਧੀ ਤੇ ਮੈਂ ਬਣੇ ਖਾਣਾ ਦੇਖੇ ਨੇ। ਨਾਰੇ ਕੀ ਮਾਰੇ ਸੀ ਉਦੋਂ ਤੁਸੀਂ? ਨਾਰੇ ਹੀ ਮਾਰੇ ਨਾ,
ਹਾਂ ਉਹਨਾਂ ਨੇ ਮਾਰਨੇ ਸੀ ਅੰਗਰੇਜ਼ਾਂ ਦੇ ਨਾਰੇ। ਅੱਛਾ ਅੱਛਾ, ਅੰਗਰੇਜ਼ਾਂ ਦੇ ਕੀ ਨਾਰੇ ਸੀ ਅੰਗਰੇਜ਼ਾਂ ਦੇ ਉਦੋਂ, ਕੋਈ ਯਾਦ? ਨਹੀਂ, ਨਾਰਾ ਨਹੀਂ ਯਾਦ। ਕੋਈ ਨਾਰਾ ਨਹੀਂ ਆਦਾ। ਮੈਂ ਇਹ ਆ ਵੀ ਸੁਬਾਹ ਆਉਂਦੀ ਸੀ ਨਾ ਉਹ ਅਸੈਂਬਲੀ ਅਸੈਂਬਲੀ ਸੀ ਸੁਬਾਹ, ਤੇ ਉਹ ਮੈਨੂੰ ਯਾਦ ਹੈ। परवार आलम मैं हूँ दीवाना तेरा, उल्फत की क्षमा तू है मैं हूँ परवाना तेरा, शान इलाही तेरी दुनिया पे शाही तेरी, दो जग का मालिक तू है ताज शाना तेरा, फूलों में नूर तेरा हर जा दूर तेरा, प्रेम कहानी बस इदा नहीं सब बनती। दो लड़के होंगे, दो लड़के याद आ गए। 65 ਦੀ ਜੰਗ ਵੀ ਲੜੀ ਹੋਈ ਹੈ ਤੁਸੀਂ? 65 ਦੀ ਜੰਗ ਲੜੀ ਹੈ। 65 ਦੀ ਜੰਗ ਲੜੀ ਅਸੀਂ ਇੱਥੇ ਆ 15/7/57 ਨੂੰ ਭਰਤੀ ਹੋਇਆ ਸੀ ਮੈਂ। 15 ਤਰੀਕ 7ਵਾਂ ਮਹੀਨਾ। ਸਹੀ ਆ। 57 ਸਾਲ। ਤੇ ਅਸੀਂ ਸ਼੍ਰੀ ਪਾਕਿਸਤਾਨ ਗਏ 5 ਸਾਲ ਮੈਂ ਉੱਥੇ ਰਿਹਾ। 5 ਸਾਲ ਮਲਤਾਨ ਆਏ। ਮਲਤਾਨ ਆ ਕੇ ਫਿਰ ਅਸੀਂ ਆਏ ਨਾ, ਫਿਰ ਜੰਗ ਲੱਗ ਗਈ 65 ਦੀ। ਅੱਛਾ। ਫਿਰ ਉਹ ਹੈਡ ਸਲਮਾਨ ਦੀ ਇਲਾਕਾ ਹਵੇਲੀਆਂ ਇੱਧਰ ਸਹੀ 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 ਸਤਲੁਜ ਦਰਿਆ ਨੂੰ ਕ੍ਰਾਸ ਕਰੋ, ਪਰ ਬਾਰਡਰ ਸ਼ੁਰੂ ਹੋ ਜਾਂਦਾ। ਉਹ ਫਿਰ ਅਸੀਂ ਲੜੀ ਜਾਂਦਾ। ਸਾਡੇ ਕੋਲ 40 ਕਿਲੋਮੀਟਰ ਜਗ੍ਹਾ ਸੀ ਇੰਡੀਆ ਦੀ। 40 ਕਿਲੋਮੀਟਰ ਇੰਡੀਆ ਦੀ ਜਗ੍ਹਾ ਤੁਸੀਂ ਕਬਜ਼ਾ ਕਰ ਲਿਆ ਸੀ? ਹਾਂ, ਅਸੀਂ ਕਬਜ਼ਾ ਕਰ ਲਿਆ ਸੀ। ਅੱਛਾ। ਤੇ ਫਿਰ ਉਹਦਾ ਸ਼ਾਸਤਰੀ ਹੁੰਦਾ ਸੀ ਇੰਡੀਆ ਦਾ, ਇੰਡੀਆ ਵਜ਼ੀਰ ਆਜ਼ਮ। ਕੁਛ ਉਹ ਰੂਸ ਨੇ ਲਾਈ ਸੀ, ਰੂਸ ਨੇ ਉੱਥੇ ਜਾ ਕੇ ਪਿੱਟਿਆ। ਫਿਰ ਉਹ ਅੱਛਾ ਤਾਸ਼ਕੰਦ, ਉਹਨੇ ਕਿਹਾ ਜੀ ਮੈਂ ਤੇ ਮੇਰਾ ਤਾਂ ਮੁਲਕ ਗਿਆ। ਸ਼ਾਸਤਰੀ ਨੇ ਕਿਹਾ? ਹਾਂ, ਸ਼ਾਸਤਰੀ ਨੇ ਜਾ ਉਹਨਾਂ ਨੂੰ ਕਿਹਾ ਜੰਗ ਬੰਦ ਕਰਾਓ। ਤੇ ਉੱਥੇ ਬਾਹਰ ਤਾਸ਼ਕੰਦ ਬਾਹਰ ਫਿਰ ਜੰਗ ਬੰਦ ਹੋਈ। 65 ਦੀ ਜੰਗ ਸੁਣਿਆ ਕਹਿੰਦਾ ਆ ਸਿਵਲੀਅਨ ਸਾਦਾ ਲੋਕ ਵੀ ਜੰਗ ਦੇ ਵਿੱਚ ਡੰਡੇ ਲੈ ਕੇ ਪਹੁੰਚ ਗਏ ਸੀ। ਮੈਂ ਅਸੀਂ ਸਾਡੀ ਕਾਰ ਵਿੱਚ ਜਾਂਦੀ ਨੇ, ਗੱਡੀ ਜਾਂਦੇ ਨੇ, ਔਰਤਾਂ ਜਿਹੜੀਆਂ ਸੀ ਨਾ ਛੱਡਦੇ ਦੁੱਧ ਦੀ ਬਾਲਟੀਆਂ ਪਾ ਕੇ ਦੁੱਧ ਫੌਜ ਵਾਸਤੇ ਖੜੀਆਂ ਹੁੰਦੀਆਂ ਸੀ। ਅੱਛਾ। ਹਾਂ, ਅੱਗੇ ਹੋ ਜਾਣਾ ਸਾਡੀ ਗੱਡੀ ਦੇ, ਗੱਡੀ ਦੇ ਅੱਗੇ ਹੋ ਜਾਣਾ ਉਹਨੇ, ਦੁੱਧ ਪੀ ਕੇ ਜਾਓ। ਅਸੀਂ ਕਹਿਣਾ ਸਾਨੂੰ ਟਾਈਮ ਕਰੀ ਗਏ ਉਹਨੇ ਕਹਿਣਾ ਅਸੀਂ ਉਦੋਂ ਮੁਹੱਬਤਾਂ ਸੀ ਨਾ, ਉਦੋਂ ਫੌਜ ਨਾਲ ਮੁਹੱਬਤ ਸੀ। ਹੁਣ ਹਾਂ, ਮੈਂ ਬਹੁਤ ਪਿਆਰ ਸੀ। ਹੁਣ ਤਾਂ ਉਹ ਗੱਲਾਂ ਹੈ ਹੀ ਨਹੀਂ। 71 ਦੀ ਜੰਗ ਵੀ ਲੜੀ ਹੈ ਤੁਸੀਂ? 71 ਦੀ ਲੜੀ। 71 ਦੀ ਜੰਗ 'ਚ ਕੀ ਬਣਿਆ? ਪਾਕਿਸਤਾਨ ਜਿੱਤੇ ਕੀ ਕਹਿੰਦੇ ਆ? ਕੋਈ ਗੱਲਬਾਤ ਫੈਸਲਾ ਨਹੀਂ ਹੋਇਆ ਇਸ ਜੰਗ ਦਾ। ਉਦੋਂ ਕਿੱਥੇ ਤੱਕ ਪਹੁੰਚ ਗਏ ਸੀ ਤੁਸੀਂ? ਮਾਮਲਾ ਬਹੁਤ ਬੜਾ ਸੀ ਉਹਨਾਂ ਦਾ। ਅੱਛਾ। ਟੈਂਕਾਂ ਦਾ ਸੀ ਬਹੁਤ। ਉਹਨਾਂ ਦਾ ਇੰਡੀਆ ਵਾਲਿਆਂ ਦਾ? ਇੰਡੀਆ ਦਾ। ਉਹ ਸ਼ੱਕਰ ਕਰਦੇ ਏਰੀਏ 'ਚ। ਅੱਛਾ। ਤੇ ਉਹਨੇ ਰਾਤ ਨੂੰ ਕੀਤਾ, ਰਾਤ ਸੀ ਫਿਰ ਉਹ ਜਿਹੜਾ ਹਮਲਾ ਹੋਇਆ ਤੇ ਬਹੁਤ ਪਰ ਲੱਗੇ ਦਾ ਭਾਰੀ ਸੀਗਾ। ਹੈ ਭਾਰੀ ਕੌਣ ਪਿਆ ਦੋਨਾਂ ਜੰਗਾਂ 'ਚ? ਉਹ ਨਾ ਉਹਦੇ ਵਿੱਚ ਫਿਰ ਬੰਦਾ ਜਿਹੜਾ ਦੇਖਿਆ ਨਾ, ਮੈਂ ਹੁਣੇ ਰੁਕ ਨਹੀਂ ਸਕਦੇ। ਫਿਰ ਜਿਹੜੇ ਡਿਵ ਕਮਾਂਡਰ ਸੀ ਨਾ, ਉਹਨੇ ਫਿਰ ਕਿਹਾ ਵੀ ਜੇ ਸ਼ਾਦੀशुदा ਲੈਦਾ ਹੋ ਜਾਂ ਦੂਜੀ ਲੈਦਾ ਹੋ ਜਾ। ਅੱਛਾ। ਲੋਕਾਂ ਨੇ ਮੇਨ ਬੰਨੇ ਢੇਰ ਲਾਏ। ਅੱਛਾ। ਹਾਂ, चलो लो जी, हाँ मेरे दादा अबू 92 ईयर इनकी एज है और माशाल्लाह इन्हें इंडिया से लेके अब पाकिस्तान में आगे फौज में भर्ती होके फौज में 2 जंगे लड़के हर चीज़ A to Z याद है माशाल्लाह। तो मैंने कहा यार मैंने अपने दादा अबू का इंटरव्यू करता हूँ, आप लोगों को दिखाता हूँ क्या उस टाइम क्या हुआ था, क्या बीता था, फौज कैसे आई थी और कैसे अलायदगी हुई थी। अभी भी मेरे दादा अबू कभी कभी बहुत याद करते हैं, अभी भी उनसे बात करते हैं, कॉल पे बात वगैरह होती है सिखों से। तो नेक्स्ट टाइम इंशाल्लाह और कोई वाक़या होगा तो आपको भी चेक कराएंगे। ओके की पापा ही कर लो प्लीज, सही कर रहा थोड़ी। आइयो आइयो आइयो।